Morning students, today we will start second chapter, theory base of accounting. First point is accounting principles. Accounting principles differ from country to country since accounting principles differ across the world because today's business is full of complexities. If we talk about accounting principles means set of rules, regulations, policies, procedures and budgets followed by an organization or business concern. ਅਕਾਊਂਟਿੰਗ ਪ੍ਰਿੰਸੀਪਲਸ ਜੇ ਆਪਾਂ ਗੱਲ ਕਰੀਏ ਤਾਂ ਅਕਾਊਂਟਿੰਗ ਪ੍ਰਿੰਸੀਪਲਸ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਵੀ ਮੈਥਡਸ ਉਹ ਸਾਰੇ ਰੂਲਸ ਰੈਗੂਲੇਸ਼ਨਸ ਕੀ ਨੇ ਜੋ ਡਿਫਰ ਕਰਦੇ ਨੇ ਜਾਂ ਵੈਰੀ ਕਰਦੇ ਨੇ ਆਰਗੇਨਾਈਜੇਸ਼ਨ ਟੂ ਆਰਗੇਨਾਈਜੇਸ਼ਨ ਜਾਂ ਕੰਟਰੀ ਟੂ ਕੰਟਰੀ ਵੀ ਕਿਸੇ ਵੀ ਆਰਗੇਨਾਈਜੇਸ਼ਨ ਦਾ ਇੱਕ ਫਾਰਮੂਲਾ ਹੀ ਨਹੀਂ ਹੈ ਅਕਾਊਂਟਸ ਪ੍ਰਿਪੇਅਰ ਕਰਨ ਦਾ ਹਰ ਇੱਕ ਦੇ ਕੀ ਨੇ ਅਲੱਗ ਰੂਲਸ ਐਂਡ ਰੈਗੂਲੇਸ਼ਨਸ ਨੇ. So principles of accounting are general law or rule adopted or proposed as a guide to action, a settlement ground or basis of conduct or practice. The principle of accounting की एक general law है ਜਾਂ ਇੱਕ general rule ਹੈ. ਦੈਨ ਨੈਕਸਟ ਟੋਪਿਕ ਇਜ਼ ਫੀਚਰਸ ਆਫ ਅਕਾਊਂਟਿੰਗ ਪ੍ਰਿੰਸੀਪਲਸ ਵੀ ਅਕਾਊਂਟਿੰਗ ਪ੍ਰਿੰਸੀਪਲਸ ਨੂੰ ਜੋ ਆਪਾਂ ਯੂਜ਼ ਕਰਦੇ ਹਾਂ ਅਕਾਊਂਟਸ ਪ੍ਰਿਪੇਅਰ ਕਰਦੇ ਦੌਰਾਨ ਉਹਨਾਂ ਦੇ ਕੀ ਫੀਚਰਸ ਨੇ. ਰੈਲੀਵੈਂਸ ਔਰ ਯੂਜ਼ਫੁਲਨੈਸ, ਆਬਜੈਕਟਿਵਿਟੀ, ਫਿਜ਼ੀਬਿਲਿਟੀ. ਅਕਾਊਂਟਿੰਗ ਪ੍ਰਿੰਸੀਪਲ ਸ਼ੁੱਡ ਬੀ ਫਲੈਕਸੀਬਲ. ਫਲੈਕਸੀਬਲ ਮਤਲਬ ਕੀ ਹੈ, ਦੇਖੋ ਜੇ ਆਪਾਂ ਗੱਲ ਕਰੀਏ ਫਸਟ ਫੀਚਰ ਦੀ ਤਾਂ ਆਪਣੇ ਲਈ ਕੀ ਹੋਣਾ ਚਾਹੀਦਾ, ਉਹ ਰੈਲੀਵੈਂਟ ਹੋਣਾ ਚਾਹੀਦਾ ਜੋ ਆਪਾਂ ਮੈਥਡ ਲਗਾ ਰਹੇ ਹਾਂ. ਨੈਕਸਟ ਕੀ ਹੋਣਾ ਚਾਹੀਦਾ, ਕੋਈ ਆਬਜੈਕਟਿਵਿਟੀ ਹੋਣੀ ਚਾਹੀਦੀ ਹੈ. ਹੁਣ ਆਬਜੈਕਟਿਵਿਟੀ ਦਾ ਮੀਨਿੰਗ ਕੀ ਹੈ, ਇੱਕ ਦੋ ਹੀ ਟਰਮਸ ਹੁੰਦੀਆਂ ਨੇ, ਇੱਕ ਆਬਜੈਕਟਿਵਿਟੀ ਇੱਕ ਸਬਜੈਕਟਿਵਿਟੀ. ਜਦੋਂ ਕੋਈ ਵੀ ਪਰਸਨ ਹੈ, ਕੋਈ ਵੀ ਅਕਾਊਂਟੈਂਟ ਹੈ, ਉਹ ਆਪਣੀ ਪਰਸਨਲ ਜੱਜਮੈਂਟ ਲਗਾਉਣ ਲੱਗ ਜਾਂਦਾ ਤਾਂ ਉੱਥੇ ਬਾਇਸਨੈਸ ਕ੍ਰੀਏਟ ਹੋ ਜਾਂਦੀ ਹੈ, ਤਾਂ ਹੁੰਦਾ ਸਬਜੈਕਟਿਵ ਨੇਚਰ. ਹੁਣ ਬਟ ਆਬਜੈਕਟਿਵ ਕੀ ਹੁੰਦਾ, ਦੇਖੋ ਆਪਣੇ ਕੋਲ ਦੋ ਹੀ ਆਪਸ਼ਨ ਹੁੰਦੀਆਂ ਨੇ, ਜੇ ਆਪਣੇ ਟਿੱਕ ਮਾਰ ਕਰਨਾ ਹੁੰਦਾ ਵੀ ਯੈਸ ਔਰ ਨੋ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਸ਼ੈਲਿਟੀ ਨਹੀਂ ਹੁੰਦੀ, ਬਾਇਸਨੈਸ ਨਹੀਂ ਹੁੰਦੀ. ਤਾਂ ਆਪਣੇ ਪ੍ਰਿੰਸੀਪਲਸ ਕੀ ਹੋਣੇ ਚਾਹੀਦੇ ਨੇ, ਆਬਜੈਕਟਿਵਿਟੀ ਹੋਣੀ ਚਾਹੀਦੀ ਹੈ. ਦੈਨ ਫਿਜ਼ੀਬਿਲਿਟੀ. ਫਿਜ਼ੀਬਿਲਿਟੀ ਕੀ ਹੁੰਦੀ ਹੈ, ਪ੍ਰੈਕਟੀਬਿਲਿਟੀ ਹੋਣੀ ਚਾਹੀਦੀ. ਜੋ ਆਪਾਂ ਚੀਜ਼ ਲਗਾ ਰਹੇ ਹਾਂ ਉਹ ਥਰੈਟੀਕਲੀ ਨਾ ਹੋਵੇ, ਵੀ ਜਦੋਂ ਆਪਾਂ ਉਸ ਨੂੰ ਪ੍ਰੈਕਟੀਕਲ ਇੰਪਲੀਮੈਂਟ ਕਰ ਰਹੇ ਹਾਂ ਉਸ ਟਾਈਮ ਉਹ ਕੀ ਹੋਵੇ, ਯੂਜ਼ਫੁਲਨੈਸ ਨਾ ਹੋਵੇ. then accounting principle should be flexible. Flexible ਕੀ ਹੈ, according to condition, according to circumstances we can change it, ਵੀ conditions ਦੇ according ਆਪਾਂ ਨੂੰ change ਵੀ ਕਰ ਸਕੀਏ. then fundamental accounting assumptions and concepts. most important topic of your accounting is accounting assumptions and concepts. First is money measurement concept. As we know that accounting considers only money related transactions. All the non-monetary transactions are ignored from the accounting point of view. So money measurement concept explains that transactions and events that can be measured in money terms are recorded in the books of accounts. The events which cannot be translated into monetary terms cannot be called a transaction and cannot be recorded. ਮੈਂ ਤੁਹਾਨੂੰ ਫਸਟ ਚੈਪਟਰ ਦੇ ਵਿੱਚ ਵੀ ਦੱਸ ਚੁੱਕੀ ਹਾਂ ਵੀ ਜੋ ਆਪਾਂ ਮੋਨੀਟਰੀ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਰਿਕਾਰਡ ਕਰਦੇ ਹਾਂ, ਨੋਨ ਮੋਨੀਟਰੀ ਟ੍ਰਾਂਜੈਕਸ਼ਨਸ ਆਪਾਂ ਇਗਨੋਰ ਕਰਦੇ ਹਾਂ. ਕਿਵੇਂ ਐਗਜ਼ਾਮਪਲ ਦੇਖੋ, ਜੇ ਆਪਣੇ ਕੋਲ ਕੈਸ਼ ਦੇ ਵਿੱਚ ਪਿਆ 1 ਲੱਖ ਰੁਪੀਜ਼, ਠੀਕ ਹੈ, ਤਾਂ ਆਪਾਂ ਇਹਨੂੰ ਕੀ ਕਹਾਂਗੇ ਵੀ ਇਹ ਮੋਨੀਟਰੀ ਟ੍ਰਾਂਜੈਕਸ਼ਨ. ਜੇ ਆਪਾਂ ਕਹੀਏ ਵੀ 100 ਟੇਬਲ ਪਏ ਨੇ, 50 ਚੇਅਰਸ ਪਏ ਨੇ, ਤਾਂ ਉਹ ਇੱਕ ਕੀ ਹੈ, ਨੋਨ ਮੋਨੀਟਰੀ ਹੈ, ਤਾਂ ਆਪਾਂ ਉਸ ਨੂੰ ਰਿਕਾਰਡ ਨਹੀਂ ਕਰਾਂਗੇ ਕਿਤੇ ਵੀ, ਠੀਕ ਹੈ. ਤਾਂ ਮਨੀ ਮੈਜ਼ਰਮੈਂਟ ਕੰਸੈਪਟ ਕੀ ਕਹਿੰਦਾ ਆਪਾਂ ਨੂੰ ਵੀ ਓਨਲੀ ਮੋਨੀਟਰੀ ਰਿਲੇਟਡ ਟ੍ਰਾਂਜੈਕਸ਼ਨਸ ਨੂੰ ਹੀ ਆਪਾਂ ਨੇ ਰਿਕਾਰਡ ਕਰਨਾ ਹੈ. then business entity concept. business is separated from its proprietor. According to this principle, business is considered to be separate from owner. Only those economic events which affect the business units are recorded. business entity ਕੀ ਕਹਿੰਦਾ ਹੈ ਵੀ ਜੋ ਜਿਸ ਨੇ ਬਿਜ਼ਨਸ ਲਗਾਇਆ ਉਹ ਇੱਕ ਅਲੱਗ ਪਰਸਨ ਹੈ, ਜੋ ਬਿਜ਼ਨਸ ਹੈ ਉਹ ਅਲੱਗ ਹੈ. ਸਪੋਜ਼ ਕਰੋ ਕਿਸੇ ਪਰਸਨ ਨੇ ਬਿਜ਼ਨਸ ਦੇ ਵਿੱਚ ਲਗਾਇਆ 1 ਲੱਖ ਰੁਪੀਜ਼, ਹੁਣ ਉਹਨੂੰ 10,000 ਦੀ ਕੀ ਹੋ ਗਈ, ਐਮਰਜੈਂਸੀ ਨੀਡ ਅਰਾਈਜ਼ ਹੋ ਗਈ, ਤਾਂ ਜੇ ਉਹ 10,000 ਉੱਥੋਂ ਕਢਵਾ ਰਿਹਾ, ਵਿਦਡਰੋ ਕਰਵਾ ਰਿਹਾ, ਤਾਂ ਉਹਨੂੰ ਡਰਾਇੰਗ ਕਹਾਂਗੇ, ਆਪਾਂ ਉਹਨੂੰ ਪਰਸਨਲ ਐਕਸਪੈਂਸ ਕਹਾਂਗੇ, ਐਜ਼ ਅ ਬਿਜ਼ਨਸ ਐਕਸਪੈਂਸ ਉਹਨੂੰ ਟਰੀਟ ਨਹੀਂ ਕਰ ਸਕਦੇ. ਤਾਂ ਕਿ ਕੀ ਹੈ, ਬਿਜ਼ਨਸ ਐਂਟੀਟੀ ਕੰਸੈਪਟ ਕੀ ਕਹਿੰਦਾ ਵੀ ਓਨਰ ਅਲੱਗ ਚੀਜ਼ ਹੈ ਅਤੇ ਬਿਜ਼ਨਸ ਅਲੱਗ ਚੀਜ਼ ਹੈ. ਨੈਕਸਟ ਇਜ਼ ਅਕਾਊਂਟਿੰਗ ਪੀਰੀਅਡ ਕੰਸੈਪਟ ਵਿਚ ਇਜ਼ ਐਨ ਅਕਾਊਂਟਿੰਗ ਪੀਰੀਅਡ 1 April to 31 March. ਵੀ ਸ਼ੁੱਡ ਮੇਨਟੇਨ ਆਰ ਬੁੱਕਸ ਆਫ ਅਕਾਊਂਟਸ ਡਿਊਰਿੰਗ ਐਨ ਅਕਾਊਂਟਿੰਗ ਪੀਰੀਅਡ. ਵੀ ਆਪਾਂ ਨੂੰ ਜਿਹੜੇ ਆਪਣੇ ਅਕਾਊਂਟਸ ਨੇ ਉਹ ਕੀ ਕਰਨੇ ਚਾਹੀਦੇ ਨੇ, ਅਕਾਊਂਟਿੰਗ ਪੀਰੀਅਡ ਦੇ ਡਿਊਰਿੰਗ ਹੀ ਪ੍ਰਿਪੇਅਰ ਕਰਨੇ ਚਾਹੀਦੇ ਨੇ. ਨੈਕਸਟ ਇਜ਼ ਗੋਇੰਗ ਕੰਸਰਨ ਕੰਸੈਪਟ. ਗੋਇੰਗ ਕੰਸਰਨ ਕੰਸੈਪਟਸ ਦੇ ਅਕੋਰਡਿੰਗ ਕੀ ਹੈ, ਐਸੈਟਸ ਆਰ ਡੈਪਰੀਸੀਏਟਡ ਅਕੋਰਡਿੰਗ ਟੂ ਦੇਅਰ ਯੂਜ਼ੇਜ ਐਂਡ ਐਕਸਪੈਕਟਡ ਲਾਈਫ ਆਫ ਦੀ ਐਸੈਟ. ਗੋਇੰਗ ਕੰਸਰਨ ਕੰਸੈਪਟ ਦੇ ਵਿੱਚ ਆਪਾਂ ਜੇ ਗੱਲ ਕਰੀਏ ਸਿੰਪਲ ਮੀਨਿੰਗ ਦੀ, ਤਾਂ ਗੋਇੰਗ ਕੰਸਰਨ ਕੰਸੈਪਟ ਕੀ ਹੈ, ਗੋਇੰਗ ਵਰਡ ਦਾ ਮੀਨਿੰਗ ਕੀ ਹੈ ਵੀ ਆਪਣਾ ਜਿਹੜਾ ਮੇਨ ਏਮ ਹੈ ਉਹ ਆਪਣੀ ਕੰਸਰਨ ਨੂੰ ਕਲੋਜ਼ ਕਰਨਾ ਨਹੀਂ ਹੈ, ਬੰਦ ਕਰਨਾ ਨਹੀਂ ਹੈ. ਆਪਾਂ ਕੀ ਕਰ ਰਹੇ ਹਾਂ, ਗੋਇੰਗ ਬੇਸ 'ਤੇ ਅਕਾਊਂਟਸ ਪ੍ਰਿਪੇਅਰ ਕਰ ਰਹੇ ਹਾਂ. ਹੁਣ ਗੋਇੰਗ ਬੇਸ ਦਾ ਮੀਨਿੰਗ ਕੀ ਹੈ,
ਹੁਣ ਦੇਖੋ ਜੇ ਆਪਣੀ ਮਸ਼ੀਨਰੀ ਪਈ ਹੈ 1 ਲੱਖ ਰੁਪੀਸ ਦੀ ਤਾਂ ਆਪਾਂ ਨੇ ਤਾਂ ਉਹਨੂੰ ਸੇਲ ਨਹੀਂ ਕਰਨਾ, ਭਾਵੇਂ ਉਸਦੀ ਵੈਲਿਊ ਹੁਣ 50,000 ਹੈ, ਭਾਵੇਂ 150 ਹੋ ਗਈ, ਭਾਵੇਂ 2 ਲੱਖ ਹੋ ਗਈ, ਆਪਾਂ ਨੇ ਕਿਹੜਾ ਬਿਜ਼ਨਸ ਸੇਲ ਕਰਨਾ। ਆਪਣਾ ਮੇਨ ਏਮ ਕੀ ਹੈ, ਗੋਇੰਗ ਬੇਸ 'ਤੇ ਹੀ ਜਾਣਾ, ਤਾਂ ਆਪਾਂ ਉਹਨੂੰ ਉਸੇ ਵੈਲਿਊ 'ਤੇ ਰਿਕਾਰਡ ਕਰਾਂਗੇ ਜੋ ਆਪਣੀ ਵੈਲਿਊ ਉਸ ਚੀਜ਼ ਦੀ ਹੈ, ਕਿਉਂਕਿ ਜੇ ਆਪਣਾ ਮੋਟਿਵ ਹੁੰਦਾ ਉਸ ਨੂੰ ਸੇਲ ਕਰਨ ਦਾ, ਫਿਰ ਆਪਾਂ ਉਸਨੂੰ ਕੀ ਕਰਦੇ, ਹੋ ਸਕਦਾ ਕਰੰਟ ਵੈਲਿਊ 'ਤੇ ਰਿਕਾਰਡ ਕਰ ਦਿੰਦੇ। ਤਾਂ ਗੋਇੰਗ ਕੰਸਰਨ ਕੰਸੈਪਟ ਕਹਿੰਦਾ ਹੀ ਕੀ ਹੈ ਵੀ ਆਪਾਂ ਨੇ ਆਪਣੇ ਅਕਾਊਂਟਸ ਨੂੰ ਪ੍ਰੀਪੇਅਰ ਕਰਨਾ ਹੈ ਗੋਇੰਗ ਬੇਸ ਨੂੰ ਮੰਨ ਕੇ। ਦੈਨ ਕੋਸਟ ਕੰਸੈਪਟ, ਐਸਟਸ ਆਰ ਰਿਕਾਰਡਡ ਐਟ ਐਕਚੁਅਲ ਕੋਸਟ ਫॉर ਵਿਚ ਇਟ ਵਾਜ਼ ਅਕਵਾਇਰਡ ਐਂਡ ਦਾ ਕੋਸਟ ਵਿਲ ਰਿਮੇਨ ਦਾ ਸੇਮ ਫॉर ਆਲ ਅਕਾਊਂਟਿੰਗ। ਠੀਕ ਹੈ, ਤਾਂ ਕੋਸਟ ਕੰਸੈਪਟ ਕਹਿੰਦੇ ਨੇ ਆਪਾਂ ਨੇ ਆਪਣੇ ਐਸਟ ਨੂੰ ਉਸੇ ਵੈਲਿਊ 'ਤੇ ਰਿਕਾਰਡ ਕਰਨਾ ਜਿਹੜੀ ਕੋਸਟ ਆਪਾਂ ਉਸਦੇ ਉੱਪਰ ਅਰਾਈਜ਼ ਕਰ ਚੁੱਕੇ ਹਾਂ ਐਟ ਦਾ ਟਾਈਮ ਆਫ ਪਰਚੇਜ਼। नेक्स्ट पॉइंट इज डुअल एस्पेक्ट कंसैप्ट, फॉर एवरी डेबिट देयर इज ए क्रेडिट। देखो ए माइनस एल इज इक्वल टू पी, ए इज इक्वल टू एसेट्स, एल इज इक्वल टू लाइबिलिटीज, पी इज इक्वल टू प्रोपराइटर्स। डुअल एस्पैक्ट कंसैप्ट ये कहता भी जे आप कुछ बिजनेस चो लै रहे हैं तो आप वो बदले की कर रहे हैं, दे भी रहे हैं। डुअल एस्पैक्ट ये कहता भी डेबिट ते क्रेडिट दोनों की जाएंगे साइड बाय साइड चलणगे। नेक्स्ट पॉइंट की है रियलाइजेशन कंसैप्ट। रियलाइजेशन कंसैप्ट मीनस एनी बिजनेस ट्रांजैक्शन शुड इंक्लूड इन द अकाउंटिंग रिकॉर्ड्स वैन इट वॉज रियलाइज्ड। रियलाइजेशन कंसैप्ट कहता भी सपोज को अपने एक दिन के 1 लाख रुपए की सेल कर दी, बट अपन कैश की फॉर्म के किन्ने रुपए आए, सिर्फ 50,000, तो आप उन्होंने 50 भी रिकॉर्ड करांगे जो अपन की हो गए रियलाइज्ड हो गए मिल चुके। इसका ही ऑपोजिट होंगे एक्रूअल कंसैप्ट। एक्रूअल कंसैप्ट की कहता है भी अराइज तो हो गई ना ट्रांजैक्शनस 1 लाख दी, 1 लाख का ही रिकॉर्ड कर दो, 50,000 कदों मिलणगे मैटर नहीं करता। ये दोनों की होंगे ने ऑपोजिट होंगे ने एक दूजे के रियलाइजेशन ते एक्रूअल कंसैप्ट। रियलाइजेशन कहता भी जो रियलाइज हो गए उदों रिकॉर्ड करो, एक्रूअल कहता जो ट्रांजैक्शन हो गई उदों ही रिकॉर्ड कर दो। मैचिंग कंसैप्ट की कहता भी जिन्ने एक्सपेंसिज उन्होंने कि मैच करो, रेवन्यू के नाल मैच करो। तो ये किहड़ा कंसैप्ट कहता अपना मैचिंग कंसैप्ट। रेवन्यू एंड एक्सपेंसिज इनकर टू अर्न द इन्वेस्टमेंट मस्ट बिलोंग टू सेम अकाउंटिंग पीरीयड। सो इन्होंने की करते रहना चाहिए, प्रॉपर मैच कर लेना चाहिए। तो नैक्सट क्लास के आपां करांगे अकाउंटिंग कन्वेंशन।